चलो भी स्टार्ट करते हैं। आप टॉपिक है अपना इंडियन कॉन्स्टिट्यूशन। इंडियन कॉन्स्टिट्यूशन ਦੇ ਵਿੱਚ ਕਾਫੀ ਸਾਰੇ ਕੁਐਸਚਨ ਬੇਸਿਕ ਤੁਸੀਂ ਸੁਣੇ ਹੋਣਗੇ ਹੈ ਨਾ ਕਿ ਇਹਦੀਆਂ ਮੀਟਿੰਗਾਂ ਕਿੰਨੀਆਂ ਹੋਈਆਂ, ਪਹਿਲੀ ਬੈਠਕ ਕਿਹੜੀ ਹੋਈ ਹੈ, ਦੂਸਰੀ ਕਿਹੜੀ, ਕਿਹੜੇ ਕਿਹੜੇ ਪ੍ਰਧਾਨ ਚੁਣੇ ਗਏ, ਇਹ ਸਾਰੇ ਪੁੱਛੇ ਵੀ ਪ੍ਰਧਾਨ ਪੁੱਛੇ ਜਾਂਦੇ ਆ, ਸਥਾਈ ਪੁੱਛੇ ਜਾਂਦੇ, ਬੈਠਕਾਂ ਪੁੱਛੀਆਂ ਜਾਂਦੀਆਂ। ਜਿਹੜੀ ਇਹਦੀ ਪਿੱਛੇ ਜਿਹੜੀ ਚੀਜ਼ ਚੱਲਦੀ ਉਹਦੇ ਬਾਰੇ ਗੱਲ ਕਰਦੇ ਆ ਥੋੜਾ ਜਿਹਾ, ਕਿਉਂਕਿ ਸ਼ੁਰੂ ਕਰਦੇ ਆ 1773 ਦੇ ਵਿੱਚ 1773 ਦਾ ਰੈਗੂਲੇਟਿੰਗ ਐਕਟ ਸੁਣਿਆ ਹੋਊਗਾ ਤੁਸੀਂ, ਸੁਣਿਆ? ਸਿਰਫ ਇੱਕ ਨਾ ਓਵਰਵਿਊ ਕਰਾਂਗੇ ਆਪਾਂ ਇਸ ਚੀਜ਼ ਦਾ, ਕਿਉਂਕਿ ਇਹ ਟੌਪਿਕ ਅਸੀਂ ਅਲੱਗ ਤੋਂ ਦੁਬਾਰਾ ਪੜਾਂਗੇ ਮਾਡਰਨ ਹਿਸਟਰੀ ਦੇ ਵਿੱਚ। ਓਕੇ, ਇੱਥੇ ਕਿਉਂ ਆ? ਕਿਉਂਕਿ ਜਦੋਂ 1773 ਦੇ ਵਿੱਚ ਇੱਕ ਐਕਟ ਪਾਸ ਹੁੰਦਾ ਜੀ, ਕਿਹੜਾ ਸੀਗਾ ਐਕਟ? ਉਹ ਰੈਗੂਲੇਟਿੰਗ ਐਕਟ। ਇਹ ਐਕਟ ਅੰਗਰੇਜ਼ਾਂ ਦੁਆਰਾ ਲਿਆਂਦਾ ਗਿਆ ਪਹਿਲਾ ਐਕਟ ਸੀਗਾ ਜੀ। ਇਸ ਐਕਟ ਨੂੰ ਲਿਆਉਣ ਦਾ ਮਕਸਦ ਕੀ ਸੀਗਾ? ਇਹਦੇ ਪਿੱਛੇ ਦੋ ਚੀਜ਼ਾਂ ਹੋਈਆਂ ਸੀਗੀਆਂ। 1757 ਕੀ ਹੋਇਆ ਸੀਗਾ? ਪਲਾਸੀ ਦਾ ਯੁੱਧ। ਫਿਰ ਉਸ ਤੋਂ ਬਾਅਦ 1764 ਦੇ ਵਿੱਚ ਬਕਸਰ ਦਾ। ਹੁਣ ਜਦੋਂ ਦੇਖੋ ਅੰਗਰੇਜ਼ਾਂ ਨੇ ਆ ਦੋਨੋਂ ਲੜਾਈਆਂ ਜਿੱਤ ਲਈਆਂ, ਬੰਗਾਲ ਦੇ ਉੱਪਰ ਕਬਜ਼ਾ ਕਰ ਲਿਆ, ਤਾਂ ਉੱਥੋਂ ਦਾ ਸ਼ਾਸਨ ਪ੍ਰਬੰਧ ਚਲਾਉਣ ਦੇ ਲਈ ਕਿਸੇ ਤਰ੍ਹਾਂ ਦੀ ਮਤਲਬ ਸਿਸਟਮ ਦੀ ਲੋੜ ਪਊਗੀ ਨਾ ਉਹਨਾਂ ਨੂੰ, ਇਸੇ ਕਰਕੇ ਉਹਨਾਂ ਨੇ ਐਕਟ ਲਿਆਉਣੇ ਸ਼ੁਰੂ ਕਰਤੇ ਸੀ। ਆਪਾਂ ਕਹਿ ਸਕਦੇ ਹਾਂ ਕਿ ਸਾਡੇ ਭਾਰਤੀ ਕੌਨਸਟੀਟਿਊਸ਼ਨ ਦੀ ਨੀਂਹ ਆ ਜਿਹੜੀ, ਉਹ ਇਸ ਸ਼ਾਸਨ ਜਾਂ ਰੈਗੂਲੇਟਿੰਗ ਐਕਟ ਹੈ ਇਹਨਾਂ ਤੋਂ ਰੱਖੀ ਗਈ ਹੈ। ਕਿਵੇਂ ਇੰਡੀਆ ਦੇ ਵਿੱਚ ਅੰਗਰੇਜ਼ ਆਏ, ਕਿਵੇਂ ਉਹਨਾਂ ਨੇ ਐਕਟ ਲਿਆਂਦੇ, ਕਿਹੜੇ ਕਿਹੜੇ ਐਕਟ ਦੇ ਵਿੱਚ ਕੀ ਕੀ ਕੰਮ ਕੀਤਾ, ਕਿਸ ਤਰ੍ਹਾਂ ਉਹਨਾਂ ਨੇ ਆਪਣਾ ਪ੍ਰਸ਼ਾਸਨ ਚਲਾਇਆ, ਉਹ ਸਾਰੇ ਦੇ ਵਿੱਚ ਹੈ। ਠੀਕ ਹੈ, ਮੇਨ ਗੱਲ ਕਰਾਂਗੇ ਆਪਾਂ ਰੈਗੂਲੇਟਿੰਗ ਐਕਟ 1773 ਦਾ। ਇਹਦੇ ਵਿੱਚ ਹੀ 1774 ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਹੁੰਦੀ ਹੈ ਜੀ ਪਹਿਲੀ। ਉਹਦਾ ਪਹਿਲਾ ਜੱਜ ਕੌਣ ਸੀਗਾ? ਸਰ ਐਲਿਜਾ ਇੰਪੇ। ਠੀਕ ਹੈ, ਰੈਗੂਲੇਟਿੰਗ ਐਕਟ ਦੇ ਵਿੱਚ 1773 ਤੋਂ ਬਾਅਦ ਜਿਹੜਾ ਅੱਗੇ ਐਕਟ ਆਊਗਾ ਜੀ, ਇੱਕ ਐਕਟ 1781 ਦਾ ਹੋਊਗਾ, 1784 ਦਾ ਹੋਊਗਾ। ਠੀਕ ਹੈ, 1781 ਦਾ ਹੋਊਗਾ ਜੀ ਸੈਟਲਮੈਂਟ ਐਕਟ। ਕਿਹੜਾ ਐਕਟ ਹੈ ਜੀ ਇਹ? ਸੈਟਲਮੈਂਟ ਐਕਟ। ਵੀ ਜਿਹੜੀਆਂ ਕਮੀਆਂ ਇਸ ਐਕਟ 'ਚ ਰਹਿ ਗਈਆਂ ਉਹ ਅੱਗੇ ਆ ਕੇ ਪੂਰੀਆਂ ਕਰਾਂਗੇ। ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਕਿ ਜਿਹੜੇ ਆ ਐਕਟ ਆ ਇਹ ਆਪਣੇ ਇੱਕ ਨੈਕਸਟ ਕਲਾਸ ਦੇ ਵਿੱਚ ਹੋਣਗੇ, ਐਂਡ ਇੱਥੇ ਤੁਹਾਨੂੰ ਜੋੜ ਰਿਹਾ ਕਿਉਂਕਿ ਆਪਣਾ ਮੇਨ ਟੌਪਿਕ ਇੰਡੀਅਨ ਕੌਨਸਟੀਟਿਊਸ਼ਨ ਹੈ, ਉਹਦੀ ਮੈਂ ਬੈਕਗਰਾਉਂਡ ਦੱਸ ਰਿਹਾ ਤੁਹਾਨੂੰ ਕੀ ਹੈ, ਵੀ ਕਿੱਥੇ ਜਾ ਕੇ ਸ਼ੁਰੂ ਹੋਣੀ ਹੈ ਸਾਰੀ। ਇੱਥੇ ਆਊਗਾ ਜੀ ਆਪਣੇ ਕੋਲੇ ਪਿਟਸ ਇੰਡੀਆ ਐਕਟ 1784 ਦੇ ਵਿੱਚ ਆਇਆ ਸੀਗਾ। ਠੀਕ ਹੈ, ਜਿਹਦੇ ਵਿੱਚ ਉਹ ਬੋਰਡ ਆਫ ਡਾਇਰੈਕਟਰ ਤੇ ਬੋਰਡ ਆਫ ਕੰਟਰੋਲਰ ਬਣ ਗਏ ਸੀਗੇ। ਫਿਰ ਉਸ ਤੋਂ ਬਾਅਦ ਆਪਣੇ ਕੋਲੇ 1793 ਦੇ ਵਿੱਚ ਚਾਰਟਰ ਐਕਟ ਸ਼ੁਰੂ ਹੋ ਜਾਣਗੇ ਜੀ। ਜਿਹੜੇ ਚਾਰਟਰ ਐਕਟ ਹੋਏ ਆ, ਕਿੰਨੇ ਹੋਏ ਆ ਜੀ? ਇਹ 5 ਹੋਏ ਆ। ਕਿੰਨੇ ਹੋਏ ਆ ਜੀ? 5। ਤਾਂ ਜਿਹੜਾ 1793 ਦਾ ਚਾਰਟਰ ਐਕਟ ਹੈ ਇਹ ਲਾਰਡ ਕਾਰਨਵਾਲਿਸ ਦੇ ਸਮੇਂ। ਕਿਹਦੇ ਸਮੇਂ ਜੀ? ਤੁਹਾਨੂੰ ਇਹ ਪਤਾ ਕਿ ਲਾਰਡ ਕਾਰਨਵਾਲਿਸ ਨੂੰ ਕਾਨੂੰਨ ਦਾ ਪਿਤਾਮਾ ਕਿਹਾ ਜਾਂਦਾ ਜੀ। ਠੀਕ ਹੈ ਜੀ, ਇਹਨੂੰ ਕਾਨੂੰਨ ਦਾ ਪਿਤਾਮਾ ਕਿਹਾ ਜਾਂਦਾ। ਦੇਖੋ ਆਹ ਸਾਰੀਆਂ ਚੀਜ਼ਾਂ ਕਾਨੂੰਨ ਬਣਾਉਣ ਦੇ ਲਈ ਹੋ ਰਹੀਆਂ ਜੀ। ਕਿਸ ਤਰ੍ਹਾਂ ਦਾ ਕਾਨੂੰਨ ਅੰਗਰੇਜ਼ ਲੈ ਕੇ ਆਏ ਆ, ਕਿਹੜੀਆਂ ਕਿਹੜੀਆਂ ਪਾਲਿਸੀ ਸੀਗੀਆਂ, ਇੰਡੀਆ ਦੇ ਉੱਪਰ ਕਿਸ ਤਰ੍ਹਾਂ ਅਪਲਾਈ ਕੀਤਾ, ਇੱਥੋਂ ਚਾਰਟਰ ਐਕਟ ਸ਼ੁਰੂ ਹੋਣਗੇ। ਜਿਹੜਾ ਆਹ ਪੋਰਸ਼ਨ ਹੈ 1773 ਤੋਂ ਲੈ ਕੇ 1858 ਈਸਵੀ ਤੱਕ ਇਹ ਈਸਟ ਇੰਡੀਆ ਭਾਰਤੀ ਸੰਵਿਧਾਨ ਦੇ ਪਿੱਛੇ ਜਿਹੜਾ ਪਿਛੋਕੜ ਹੈ ਦੋ ਭਾਗਾਂ 'ਚ ਵੰਡਿਆ ਜਾਂਦਾ ਜੀ। ਫਿਰ ਉਸ ਤੋਂ ਬਾਅਦ 1858 ਤੋਂ ਲੈ ਕੇ 1947 ਤੱਕ ਅੰਡਰ ਕਰਾਊਨ, ਜਿਹਨੂੰ ਸਮਰਾਟ ਵੀ ਬੋਲ ਦਿੰਦੇ ਕਈ ਵਾਰੀ, ਸਮਰਾਟ ਦਾ ਸ਼ਾਸਨ ਕਿਹਾ ਜਾਂਦਾ। ਠੀਕ ਹੈ ਜੀ, ਆਹ ਚੀਜ਼ ਅਗਲੇ ਪੋਰਸ਼ਨ ਦੇ ਵਿੱਚ ਆਊਗੀ। ਕਿਉਂਕਿ ਜਦੋਂ ਅਸੀਂ ਇੰਡੀਅਨ ਕੌਨਸਟੀਟਿਊਸ਼ਨ ਦੀ ਗੱਲ ਕਰਾਂਗੇ ਨਾ 1946 ਦੇ ਵਿੱਚ ਕੈਬਨਿਟ ਮਿਸ਼ਨ ਆਊਗਾ ਜੀ ਇੱਥੇ। ਪਹਿਲਾਂ ਮੈਂ ਤੁਹਾਨੂੰ ਉੱਥੋਂ ਤੱਕ ਲੈ ਜਾ, ਫਿਰ ਆਪਾਂ ਉੱਥੇ ਦੱਸਾਂਗੇ ਵੀ ਕੈਬਨਿਟ ਮਿਸ਼ਨ ਦੀ ਸਥਾਪਨਾ ਇਸ ਤੋਂ ਪਹਿਲਾਂ ਵੀ ਮੰਗ ਕੀਤੀ ਗਈ ਹੈ। 1793 ਹੋ ਗਿਆ। 1793 ਤੋਂ ਬਾਅਦ 1813 ਦਾ ਐਕਟ ਆਊਗਾ ਜੀ। ਇਹ ਐਕਟ 20 ਸਾਲ ਦੇ ਪੀਰੀਅਡ ਤੇ ਸੀਗੇ। ਫਿਰ ਉਸ ਤੋਂ ਬਾਅਦ 1800 ਆ ਇੰਪੋਰਟੈਂਟ ਰਹੂਗਾ ਜੀ। ਕਿਉਂ? ਕਿਉਂਕਿ ਇਹਦੇ ਵਿੱਚ ਇੱਕ ਮੈਕਾਲੇ ਨੀਤੀ ਆਈ ਸੀਗੀ।
ਕਿਹੜੀ ਆਈ ਸੀਗੀ? ਮੈਕਾਲੇ ਪਾਲਿਸੀ ਬੋਲਦੇ ਉਹਨੂੰ, ਮੈਕਾਲੇ ਨੀਤੀ 1833। ਤੇ ਇਸੇ ਐਕਟ ਦੇ ਵਿੱਚ ਹੀ ਲਾਰਡ ਵਿਲੀਅਮ ਬੈਂਟਿਕ ਕੀ ਬਣਿਆ ਸੀਗਾ ਜੀ? ਭਾਰਤ ਦਾ ਗਵਰਨਰ ਜਨਰਲ। ਇਹ ਸਾਰੀ ਚੀਜ਼ ਆ ਜਿਹੜੀ ਇੱਕ ਓਵਰਵਿਊ ਹੈ ਇਹਨਾਂ ਚੀਜ਼ਾਂ ਦਾ, ਕਿਉਂਕਿ ਇਹ ਟੌਪਿਕ ਆਪਾਂ ਥੋੜਾ ਡਿਟੇਲ ਦੇ ਵਿੱਚ ਦੁਬਾਰਾ ਵੀ ਪੜਾਂਗੇ ਅੱਗੇ ਜਾ ਕੇ, ਠੀਕ ਹੈ। 1793 ਹੋ ਗਿਆ, 1813 ਹੋ ਗਿਆ, 1833, ਉਸ ਤੋਂ ਬਾਅਦ 1853। ਜਿਹੜਾ 1853 ਦਾ ਪੀਰੀਅਡ ਹੈ ਲਾਰਡ ਡਲਹੌਜ਼ੀ ਦਾ ਪੀਰੀਅਡ ਹੈ, ਤੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਸਿਵਲ ਸਰਵਿਸਿਜ਼ ਐਗਜ਼ਾਮ ਦਾ ਨਾ, ਇਹ ਓਪਨਲੀ ਖੁੱਲੀ ਪ੍ਰਤੀਯੋਗਤਾ ਕਰਤੀ ਸੀਗੀ ਜੀ ਇੱਥੇ, ਮਤਲਬ ਉਹ ਪ੍ਰੀਖਿਆਵਾਂ ਲੈਣੀਆਂ ਸ਼ੁਰੂ ਕਰਤੀਆਂ ਸੀਗੀਆਂ 1853 ਦੇ ਵਿੱਚ। ਇੱਥੇ ਹੀ ਇੱਕ ਸਮਾਂ ਆਉਂਦਾ ਚਾਰਲਸ ਵੁੱਡ ਦਾ 1854। ਦੇਖੋ ਜਿਹੜਾ ਸਾਰਾ ਕੰਮ ਹੁੰਦਾ ਪਿਆ ਨਾ, ਉਹ ਕਿਸੇ ਵੀ ਇੱਕ ਪ੍ਰਸ਼ਾਸਨ ਨੂੰ ਲੈ ਕੇ ਹੋ ਰਿਹਾ ਜੀ, ਵੀ ਕੰਮ ਕਿਵੇਂ ਚੱਲਣਗੇ, ਕਿਹੜੀਆਂ ਕਿਹੜੀਆਂ ਪਾਲਿਸੀਆਂ ਬਣਨੀਆਂ, ਕਿਹੜੀਆਂ ਨੀਤੀਆਂ ਬਣਨੀਆਂ, ਉਹ ਸਾਰੇ ਇਸੇ ਪੀਰੀਅਡ ਦੇ ਵਿੱਚ ਚੱਲਣਗੇ। ਫਿਰ ਉਸ ਤੋਂ ਬਾਅਦ 1858 ਆ ਜਾਊਗਾ ਜੀ ਲਾਸਟ, ਜਿੱਥੇ ਜਾ ਕੇ ਇੱਕ ਚੇਂਜ ਹੋਊਗਾ। ਚੇਂਜ ਕੀ ਹੋਊਗਾ? ਇਸ ਪੁਆਇੰਟ ਦੇ ਉੱਪਰ ਆ ਕੇ ਈਸਟ ਇੰਡੀਆ ਕੰਪਨੀ ਹੈ ਜਿਹੜੀ, ਉਹਦਾ ਜਿਹੜਾ ਰੂਲ ਆ ਭਾਰਤ ਵਿੱਚ ਉਹ ਖਤਮ ਹੋ ਜਾਂਦਾ ਜੀ। ਈਸਟ ਇੰਡੀਆ ਕੰਪਨੀ ਦਾ ਸ਼ਾਸਨ ਕਿੱਥੇ ਖਤਮ ਹੋ ਜਾਂਦਾ ਜੀ? 1 ਨਵੰਬਰ 1858 ਨੂੰ। ਉਹ ਪਤਾ ਲੱਗ ਰਿਹਾ? ਤੇ ਇਸ ਤੋਂ ਬਾਅਦ ਅੰਡਰ ਕਰਾਊਨ ਹੋ ਜਾਏਗਾ ਜੀ ਸਾਰਾ। ਠੀਕ ਹੈ, ਆ ਜਿਹੜੀ ਚੀਜ਼ਾਂ ਦੇ ਆਗਮਨ ਦੇ ਨਾਲ ਸੰਬੰਧਿਤ ਹੈ ਜੀ, ਕਿਉਂਕਿ ਆ ਤਾਂ 1600 ਦੇ ਵਿੱਚ ਹੀ ਗਏ ਸੀ। ਕਬਜ਼ੇ ਕਾਹਦੇ ਨਾਲ ਕਰ ਲਏ ਉਹਨਾਂ ਨੇ? ਪਲਾਸੀ ਦੀ ਲੜਾਈ ਦੇ ਨਾਲ ਤੇ ਬਕਸਰ ਦੀ ਲੜਾਈ ਦੇ ਨਾਲ। ਠੀਕ ਹੈ, ਫਿਰ ਆਪਣਾ ਪ੍ਰਸ਼ਾਸਨ ਚਲਾਉਣ ਦੇ ਲਈ ਐਕਟ ਲਿਆਉਣੇ ਸ਼ੁਰੂ ਕਰਤੇ। ਉਹ ਐਕਟ ਕਿਹੜੇ ਅੰਡਰ ਕਰਾਊਨ ਹੋ ਜਾਊਗਾ। ਚਲਿਏ ਅੱਗੇ, ਇਰੇਜ਼ ਕਰ ਦਈਏ ਇਹਨੂੰ, ਬੋਲੋ ਜਲਦੀ। फिर उस तो बाद साडे कोले 1858 तो लैके 1947 तक जिहड़ा पीरियड रहूगा। 1909 मार्लीमेंटो आऊगा जी एक, ये सब तो इंपोर्टेंट रहूगा। ठीक है, 1935 जिहड़ा सब तो 2/3 हिस्सा ना जिहड़ा इहदा इंडियन कॉन्स्टिट्यूशन दे विच यूज किया गया। किहड़े एक्ट दा सब तो ज्यादा प्रभाव आ ओह भारतीय संविधान ते पिया? किहदा पिया जी? भारतीय अधिनियम एक्ट 1935, क्योंकि सारिया पॉलिसीज इहदे विच रख रही सी उन्होंने। ठीक है, इसे नूं ही यूज करके साडा इंडियन कॉन्स्टिट्यूशन बनता जी। हुण आपां जिहड़ी मेन गल करदे आ कि भारतीय संविधान है, ओहदी जिहड़ी सब तो पहली मंग स्वराज पार्टी द्वारा, स्वराज पार्टी द्वारा 1924 ईस्वी की गई है। 1923 सर 1923 दे विच सब तो पहले ये विचार पूछ लिया जाए, स्वराज पार्टी द्वारा 1923 दे विच दे दित्ता जी। उन्होंने कहा सीगा कि एक की होना चाहिए जी, 1934 दे विच MN रॉय भारतीय संविधान का सलाहकार। 34 देखो गल इसनूं पेश किया जी 1930 दे विच। जे वैसे पूछ लिया जाए भी संविधान है कि, तो आंसर की होगा जी तुहाडा? एक कानूनी दस्तावेज है जी, बस। ठीक है, संविधान की है? एक कानूनी दस्तावेज है
ਜਿਹਦੇ ਨਾਲ ਉੱਥੋਂ ਦੀ ਜਨਤਾ शासित मतलब कह लो भी करती है, उन्होंने उपर किया जाता रूल। ठीक है ना, कानूनी दस्तावेज। कैबिनेट मिशन 1946 क्वेश्चन की आ सकता है ਇਹਦਾ संविधान सभा ਜਾਂ कह लो भी संविधान सभा की जी मंग है वो कि गई जी, कैबिनेट मिशन के। कैबिनेट मिशन भारत कदों आता जी 1900, इनू कौन भेजता जी? ये पिछे परसन है इंग्लैंड का प्रधानमंत्री क्लीमेंट एटली द्वारा भेजा जाता जी इनू। ठीक है जी। ते कैबिनेट मिशन कदों आता जी? पहला क्वेश्चन तो यही है 1946 के। कैबिनेट मिशन का संबंध किहड़ी चीज के नाल सी? तुहाडा आंसर होवेगा संविधान सभा। कि भी इन्होंने अनाउंस करता सीगा कि इंडिया आजाद हो जाऊगा, ते उस इंडिया नूं चलाउण दे लई एक कहण दा मतलब एक रूल दी बुक चाहिदी है, किताब चाहिदी है, तां एक संविधान है जिहड़ा बनाया जाना चाहिदा। उन्हां दे लई मीटिंगां हुंदियां सीगीआं। ठीक है, तो वो कैबिनेट मिशन है सीगा जी, जिहदे किन्ने मैंबर सीगे जी? 3 मैंबर सी। वो 3 मैंबर सीगे स्टेफोर्ड क्रिप्स जी, पैट्रिक लॉरेंस, एक सीगा ए बी एलेक्जेंडर। कई बार सानू नाम ही पूछ लेंगे पेपर च भी ये दसो इन्हां दा संबंध काहदे नाल है, ते कैबिनेट मिशन दे नाल संबंध है जी इन्हां दा। ठीक है, कदों आउंदा जी भारत ही? 1946 दे विच। चलिए भी अगे, कदों आऊगा जी कैबिनेट मिशन? कैबिनेट मिशन आता 1946 दे विच, जिहदे किन्ने मैंबर है जी? एक कादे लई आउंदा जी? क्योंकि इंडिया नूं याद कर दिता जाऊगा, उसकी घोषणा हुंदी है, तो उहदे संबंध दे विच एक संविधान तैयार किया जाना। ठीक है, उहदे संबंध विच जिहड़ियां मीटिंगां हुंदियां असीं उहनां दी गल करदे हां। ठीक है, स्वराज पार्टी द्वारा कदों जी? 1923 दे विच, ते एम एन रॉय द्वारा 1934 दे विच। संविधान किस तरह का होना चाहिए, किवें बनाया जाना चाहिए, किहड़ी-किहड़ी चीज़ां होनी चाहिए? तुहानूं पता ही है भी भारतीय संविधान नूं उधार दा थैला कहंदे आ। इहनूं उधार दा थैला इस करके कहा जाता है कि इहदे लई जिहड़ियां चीज़ां चक्कियां गईयां अलग-अलग देशां तो चक्कियां गईयां, ये तो पता सारिआं नूं। ठीक है, ते जिहड़ी इहदी फर्स्ट बैठक हुंदी है 9 दसंबर 1946 ईस्वी नूं हुंदी है। आ क्वेश्चन पता नहीं किन्ने क वारी एग्जाम दे विच आया होया है। भारतीय संविधान की पहली बैठक कदों हुई? 9 दिसंबर 1946 नूं हुई है। इस बैठक का मुस्लिम लीग ने बाईकाट किया सीगा जी। मुस्लिम लीग वाले ने बाईकाट क्यों किया? क्योंकि वो अलग राष्ट्र की मंग करते सीगे, अपना वखरा संविधान चाहते सी, वखरा देश चाहते सी। इसे करके जिहड़ा इत्थे परसन चुनिया जाता ना, वो अस्थाई चुनिया जाता है, इसे करके उन्होंने अस्थाई प्रधान कहते हैं। ते जिहड़ा वो सीगा डॉक्टर सचिदानंद सिन्हा, ये सब तो सीनियर हुंदा जी उदों, ਜਾਂ कह लो भी सब तो बजुर्ग व्यक्ति है जिहड़ा वो चुनिया जाता जी। ठीक है जी, इसे करके अस्थाई प्रधान कहते हैं। पहली बैठक होगी जी ਇਹਦੀ 9 ਦਸੰਬਰ 1946 ਨੂੰ, ਜਿਹਦੇ ਵਿੱਚ डॉक्टर सचिदानंद सिन्हा ਨੂੰ अस्थाई प्रधान, क्वेश्चन आई पूछते होंगे अस्थाई प्रधान दसो बस। ठीक है, अस्थाई क्यों चुनिया गया सी? क्योंकि मुस्लिम लीग ने ਇਹਦਾ ਕੀ ਕਰਤਾ ਸੀਗਾ जी,
ਬਾਈਕਾਟ ਕਰਤਾ ਸੀ। ਕਿਉਂ ਕੀਤਾ ਸੀਗਾ? ਕਿਉਂਕਿ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਸਾਨੂੰ ਆਪਣੇ ਦੇਸ਼ ਦਾ ਕੀ ਚਾਹੀਦਾ ਜੀ, ਅਲੱਗ ਸੰਵਿਧਾਨ ਤੇ ਦੇਸ਼ ਚਾਹੀਦਾ ਸਾਨੂੰ। ਠੀਕ ਹੈ। ਇਹ ਮੁਸਲਿਮ ਲੀਗ ਦਾ ਇੱਕ ਕੁਐਸਚਨ ਹੋਰ ਦੱਸੋ ਜੀ, ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ ਕਦੋਂ ਕੀਤੀ ਸੀਗੀ? 1940 ਈਸਵੀ ਦੇ ਵਿੱਚ ਕੀਤੀ ਹੈ ਜੀ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ। ਹਾਂਜੀ ਨਹੀਂ ਜੀ, ਲਾਹੌਰ ਅਧਿਵੇਸ਼ਨ ਇਹਦੀ ਮੰਗ ਹੁੰਦੀ ਹੈ ਜੀ, ਲਾਹੌਰ ਅਧਿਵੇਸ਼ਨ ਦੇ ਵਿੱਚ। ਪਾਕਿਸਤਾਨ ਦੀ ਮੰਗ, ਠੀਕ ਹੈ ਜੀ। ਇਸੇ ਕਰਕੇ ਮੁਸਲਿਮ ਲੀਗ, ਉਹਨਾਂ ਨੇ ਇਹ ਪਤਾ ਲੱਗਿਆ ਕਿ ਮੁਸਲਿਮ ਲੀਗ ਵਾਲਿਆਂ ਨੇ ਪੰਗਾ ਪਾਤਾ, ਤੁਹਾਨੂੰ ਪੱਕਾ ਪ੍ਰਧਾਨ ਬਣਾਉਣ ਦੀ ਲੋੜ ਨਹੀਂ, ਕੱਚੇ ਬਣਾ ਲਓ, ਤਾਂ ਕਰਕੇ ਕੱਚਾ ਬਣਾਉਣਾ ਪਿਆ ਸੀ ਇਹਨਾਂ ਨੂੰ। ਫਿਰ 2 ਦਿਨਾਂ ਬਾਅਦ ਦੂਸਰੀ ਬੈਠਕ ਹੁੰਦੀ ਹੈ ਜੀ 11 ਦਸੰਬਰ 1946 ਨੂੰ। ਇਹਦੇ ਵਿੱਚ ਸਥਾਈ ਪ੍ਰਧਾਨ ਚੁਣਿਆ ਜਾਂਦਾ ਹੈ ਡਾਕਟਰ ਰਜਿੰਦਰ ਪ੍ਰਸਾਦ, ਠੀਕ ਹੈ ਜੀ, ਇਹਨੂੰ ਸਥਾਈ ਪ੍ਰਧਾਨ ਚੁਣਦੇ। ਇਹਦੇ ਨਾਲ 2 ਪਰਸਨ ਹੋਰ ਸੀਗੇ, ਉਹ ਲਿਖ ਲਓ। ਇੱਕ ਸੀਗਾ ਡਾਕਟਰ HC ਮੁਖਰਜੀ, ਇੱਕ ਡਾਕਟਰ HC ਮੁਖਰਜੀ ਲਿਖ ਲਓ ਜੀ। ਇੱਕ ਲਿਖ ਲਓ VT ਕ੍ਰਿਸ਼ਨਮਚਾਰੀ। ਇਹ ਕਹਿ ਲਓ ਵੀ ਇਹਨਾਂ ਦੇ ਵਾਈਸ ਚੇਅਰਮੈਨ ਸੀਗੇ ਜੀ, ਜੇ ਆ ਮੇਨ ਚੇਅਰਮੈਨ ਸੀ ਤੇ ਇਹ ਵਾਈਸ ਚੇਅਰਮੈਨ ਸੀਗੇ। ਵੈਸੇ ਪੁੱਛਿਆ ਆ ਹੀ ਜਾਂਦਾ ਹੁੰਦਾ ਜੀ, ਜ਼ਿਆਦਾ ਆਹ ਚੀਜ਼ ਪੁੱਛਦੇ ਆ। ਸੰਵਿਧਾਨ ਸਭਾ ਦੀ ਦੂਸਰੀ ਬੈਠਕ ਕਦੋਂ ਹੁੰਦੀ ਹੈ? ਕਦੋਂ ਹੁੰਦੀ ਹੈ ਜੀ? 11 ਦਸੰਬਰ 1946 ਨੂੰ। ਪਹਿਲੀ ਬੈਠਕ ਕਦੋਂ ਹੁੰਦੀ ਹੈ? 9 ਦਸੰਬਰ ਨੂੰ। ਸਭ ਤੋਂ ਪਹਿਲਾਂ ਸੰਵਿਧਾਨ ਦੀ ਮੰਗ ਕਦੋਂ ਹੋ ਗਈ ਸੀਗੀ? 1923 ਚ। ਕਿਹੜੀ ਪਾਰਟੀ ਦੁਆਰਾ? ਫਿਰ ਉਸ ਤੋਂ ਬਾਅਦ ਸੰਵਿਧਾਨ ਸਭਾ ਦਾ ਜਿਹੜਾ ਵਿਚਾਰ ਕਿਹਨੇ ਪੇਸ਼ ਕੀਤਾ ਸੀਗਾ? MN ਰਾਏ ਨੇ। ਕਦੋਂ ਕੀਤਾ ਜੀ? 1934 ਦੇ ਵਿੱਚ। ਪਹਿਲੀ ਬੈਠਕ ਹੋਈ ਹੈ 9 ਦਸੰਬਰ 1900 ਤੇ ਦੂਸਰੀ ਹੁੰਦੀ ਹੈ ਜੀ, ਆਹੀ ਮੇਨ ਕੁਐਸਚਨ ਹੈ ਬਸ। ਇਹਦਾ 2 ਕੁਐਸਚਨ ਬਿਲਕੁਲ ਮੰਨ ਕਹਿ ਲਓ ਵੀ ਟੌਪ ਦੇ ਆ ਤੇ ਮੇਨ ਹੈ, ਇਹ ਪੁੱਛੇ ਵੀ ਬਹੁਤ ਵਾਰੀ ਜਾਂਦੇ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੁੰਦਾ ਹੈ? 13 ਦਸੰਬਰ 1946 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਇਸ ਨੂੰ ਆਬਜੈਕਟਿਵ ਰੈਜ਼ੋਲੂਸ਼ਨ ਕਿਹਾ ਜਾਂਦਾ ਹੈ। ਤੇ ਜਿਹੜੀ ਚੀਜ਼ ਅੱਗੇ ਜਾ ਕੇ ਪ੍ਰਸਤਾਵਨਾ ਬਣਦੀ ਹੈ ਸਾਡੀ, ਠੀਕ ਹੈ, ਕਿ ਸੰਵਿਧਾਨ ਕਿਵੇਂ ਹੋਵੇ, ਕਿਹੜੀਆਂ ਕਿਹੜੀਆਂ ਚੀਜ਼ਾਂ ਹੋ ਜਾਣ, ਉਹਦੇ ਵਿੱਚ ਇੱਕ ਉਦੇਸ਼ ਪ੍ਰਸਤਾਵ। ਠੀਕ ਹੈ। ਤੇ ਇਹ ਕੁਐਸਚਨ ਇਸ ਤਰ੍ਹਾਂ ਵੀ ਪੁੱਛ ਲੈਂਦੇ ਹੁੰਦੇ ਆ, ਪ੍ਰਸਤਾਵਨਾ ਸੰਬੰਧੀ ਪ੍ਰਸਤਾਵ ਕਦੋਂ ਪੇਸ਼ ਕੀਤਾ ਗਿਆ? ਪ੍ਰਸਤਾਵਨਾ ਸੰਬੰਧੀ ਪ੍ਰਸਤਾਵ ਆ ਜੇ ਤਾਂ ਵੀ 13 ਦਸੰਬਰ 1946 ਨੂੰ, ਤੇ ਜੇ ਕੱਲਾ ਉਦੇਸ਼ ਪ੍ਰਸਤਾਵ ਸ਼ਬਦ ਮਿਲਦਾ ਤਾਂ ਵੀ 13 ਦਸੰਬਰ 1946 ਨੂੰ। ਸਮਝ ਲੱਗ ਗਈ? ਤੇ ਇਸੇ ਪ੍ਰਸਤਾਵ ਨੂੰ ਉਹਨਾਂ ਨੇ 22 ਜਨਵਰੀ 1947 ਨੂੰ ਪਾਸ ਕਰ ਲਿਆ ਸੀਗਾ ਜੀ। ਬਾਈ ਜਨਵਰੀ 1947 ਨੂੰ ਪਾਸ ਕਰ ਲਿਆ ਸੀ ਇਸੇ ਪ੍ਰਸਤਾਵ ਨੂੰ। ਸਮਝ ਲੱਗੀ? 2 ਆ ਕੁਐਸਚਨ ਇੰਪੋਰਟੈਂਟ ਹੈ ਜੀ, ਦੋਨੋਂ ਕਿਤੇ ਨਾ ਕਿਤੇ ਮਿਲ ਜਾਣਗੇ, ਬਹੁਤ ਵਾਰੀ ਆਏ ਆ। ਆਹ ਚੀਜ਼ ਆ ਜਿਹੜੀ ਪ੍ਰਸਤਾਵਨਾ ਸੰਬੰਧੀ ਪ੍ਰਸਤਾਵ ਆ ਜੀ, ਜਾਂ ਇਸ ਨੂੰ ਉਦੇਸ਼ ਪ੍ਰਸਤਾਵ ਕਿਹਾ ਜਾਂਦਾ ਹੈ, ਤਾਂ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਆਊਗਾ ਜੀ 13 ਦਸੰਬਰ 1946 ਨੂੰ। ਤੇ ਇਹਨੂੰ ਪਾਸ ਕਦੋਂ ਕਰ ਦਿੱਤਾ ਗਿਆ ਸੀਗਾ? 22 ਜਨਵਰੀ 1947 ਨੂੰ ਪਾਸ ਕਰ ਦਿੱਤਾ ਗਿਆ ਸੀਗਾ ਜੀ। ਸੰਵਿਧਾਨ ਦੇ ਨਾਲ ਸੰਬੰਧਿਤ ਸਮਿਤੀਆਂ ਜਾਂ ਕਮੇਟੀਆਂ ਕਹਿ ਦਿੰਦੇ ਆ, ਆਪਾਂ ਬਾਲੀਆਂ ਪੜ੍ਹਨ ਦੀ ਲੋੜ ਨਹੀਂ, ਕਾਫੀ ਸਾਰੀਆਂ ਹੈਗੀਆਂ। ਮੇਨ ਦੀ ਆਪਾਂ ਗੱਲ ਕਰ ਲਾਂਗੇ, 2-3 ਪੜ੍ਹ ਲੈਂਦੇ ਆ। ਠੀਕ ਹੈ।
एक सीगी संचालन समिति, ਇਹਦਾ ਜਿਹੜਾ ਪ੍ਰਧਾਨ ਸੀਗਾ ਉਹ ਸੀਗਾ ਡਾਕਟਰ ਰਜਿੰਦਰ ਪ੍ਰਸਾਦ। ਸਿੱਧਾ ਹੀ ਕੁਐਸਚਨ ਪੁੱਛ ਲੈਂਦੇ ਨੇ, ਸੰਵਿਧਾਨ ਸਭਾ ਦੀ ਸੰਚਾਲਨ ਕਮੇਟੀ ਦਾ ਸੰਚਾਲਨ ਸਮਿਤੀ ਦਾ ਪ੍ਰਧਾਨ ਦੱਸੋ ਕਿਹੜਾ ਹੈ? ਡਾਕਟਰ ਰਜਿੰਦਰ ਪ੍ਰਸਾਦ। फिर उस तो बाद जी दूसरी बनती है वह हैगी प्रारूप समिति, डॉक्टर BR अंबेडकर, इनू असी खड़ा भी बोलते हैं जी, ठीक है। इंग्लिश के विच इनू ड्राफ्टिंग क्या है, ड्राफ्टिंग कमेटी। सारे बच्चों ठीक है जी। इसे का होर नाम की है जी, मसौदा भी कह देंगे, ठीक है। प्रारूप, हाँ जी, हाँ दो देखो ड्राफ्टिंग इंग्लिश दे विच है, पंजाबी दे विच प्रारूप आ, खरड़ा ते मसौदा है। जे कोई एक अद्धा थोनू आउंदा भी दस दो। ये जिहड़ी प्रारूप कमेटी है ये डॉक्टर BR अंबेडकर इन्हां दे प्रधान सीगे, जिहड़े जिन्हां नूं असीं फादर ऑफ इंडियन कॉन्स्टिट्यूशन कहने हैं, क्योंकि इन्हां ने खरड़ा तैयार कीता सीगा। इसे कमेटी दे किन्ने मैंबर सीगे जी? 7 मैंबर सीगे जी। किन्ने मैंबर सीगे? 7 मैंबर होए है जी इस कमेटी दे। ते ये कमेटी है जिहड़ी ये बनी है 29 अगस्त 1947 नूं, प्रारूप कमेटी 29 अगस्त 1947 नूं। उस तो बाद सीगा जी प्रांतीय जां संचालन कमेटी। प्रांतीय का मतलब जिहड़े साडे प्रांत सीगे जिन्हां नूं असीं अज राज कहने हैं ना, जिवें साडे भारत च अज राज है, उन्हां नूं पहलां प्रांत कहा जांदा सी, ठीक है। ते तुहानूं इह भी पता भी वो सारे प्रांतां नूं इकट्ठा करन दा सिहरा किहनूं जांदा है? हाँ, उस कमेटी के प्रधान कौन सीगे? सरदार वल्लभ भाई पटेल। ठीक है, प्रांतीय मतलब प्रांत, प्रांत लिख सकते हो कला। फिर सीगा जी संघी संविधान समिति, ਇਹਦੇ ਜਿਹੜੇ ਪ੍ਰਧਾਨ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ। नेक्स्ट सीगा जी राष्ट्रीय झंडा समिति, प्रधान सीगे डॉक्टर राजेंद्र प्रसाद। अंबेडकर है पश्चिमी बंगाल तो सी चोन इन्हां दी, ठीक है जी। पश्चिमी बंगाल तो संविधान दे लई मान लो इन्हां नूं चुनिया गया सीगा, वैस्ट बंगाल तो। ਦਾ ਨਾਮ ਹੈਗਾ ਖਰੜਾ ਮਸੌਦਾ, ਡਰਾਫਟਿੰਗ ਇੰਗਲਿਸ਼ ਚ ਬੋਲਦੇ ਆ। ਸਬਤਾਂ ਨਾਲ ਸੰਬੰਧਿਤ ਸੀਗੀ ਜੀ ਸੰਘੀ ਸੰਵਿਧਾਨ ਤੇ ਰਾਸ਼ਟਰੀ ਝੰਡਾ ਸਮਿਤੀ। ਇਹਦੇ ਚੋਂ ਤੁਹਾਡੇ ਲਈ ਪਹਿਲੀ, ਦੂਸਰੀ, ਤੀਸਰੀ, ਚੌਥੀ, ਬਸ ਪਹਿਲੀਆਂ 3-4 ਜਿਹੜੀਆਂ ਮੇਨ ਇੰਪੋਰਟੈਂਟ ਆ, ਵੈਸੇ ਅਸੀਂ ਜ਼ਿਆਦਾ ਨਹੀਂ ਲਿਖੀਆਂ ਹੋਈਆਂ। ਕਲੀਅਰ ਹੋ ਗਿਆ? ਅੱਖਾਂ ਦੇ ਇਸ਼ਾਰਿਆਂ ਨਾਲ ਹੀ ਗੱਲ ਕਰਦੇ ਆ ਨਾ, ਕਿ ਚਾਹ ਦਾ ਟਾਈਮ ਹੋਇਆ ਪਿਆ ਤੁਹਾਡਾ? अपना भी हो गया वैसे। कितों शुरू? क्वेश्चन मिल जाए संविधान सभा के किन्ने मैंबर सीगे? 399 मैंबर। कला आही मिल जूगा, जे अगे पूछणगे तो आ चीज होगी, ठीक है। ये मान लो संविधान सभा बनाउणी सी उन्होंने, वो 4 सीगी, ठीक है जी। ते इहदे विच ही अनुसूचित
जनजाति दे 33, चलो जी इत्थे एक पॉइंट क्लीयर कर लियो, ध्यान देना की है। देखो पहला का ये कहते भी असं 399 मैंबर रखांगे, जिहदे ब्रिटिश प्रांतां दे किन्ने मैंबर होणगे 292, देसी रियासतां दे किन्ने मैंबर होणगे 93 होणगे, ते प्रशासनिक कमिश्नर किन्ने होणगे 4 होणगे। जे वैसे कल्ला पुछ लिया जाए जिहड़ी संविधान सभा बनी सी स्टार्टिंग दे विच अनुसूचित जनजाति दे किन्ने मैंबर सीगे 33 ते महिलां सीगी उहदे विच 15। ये देखो आजादी तो पहला, जदों उस तो बाद आजादी तो बाद 31 अक्तूबर 1947 ਨੂੰ संविधान सभा का पुनर्गठन होता जी। क्यों? क्योंकि देखो उस समय 15 अगस्त 1947, ठीक है, किन्ने राष्ट्रां दे विच वंडिया जांदा जी? ये 2 राष्ट्रां दे विच वंडिया जांदा जी 31 अक्तूबर 1947। तो उस समय जिहड़े ने मैंबर हुंदे आ 200 ते 99 मैंबर हुंदे आ। किन्ने किन्ने रह जांदे मैंबर? 299। ते ओ जिहड़े 299 हुंदे आ उन्हां दे ब्रिटिश प्रांतां वाले किन्ने रह गए जी? 229। ते इधरले पासे जिहड़े 70 रह गए दूसरे सीगे जी। इन्हां नूं ब्रिटिश प्रांतां दे बोलदे आ। ये ब्रिटिश प्रांतां दे आ जाणगे, ठीक है। एक पॉइंट आ ते एक पॉइंट आ, इनू चंगी तरह क्लीयर कर लियो। एक बार आप रिवाइज दे विच तुहानूं मैं दस देना की चीज़ है कि जो उन्होंने संविधान सभा की मीटिंग कर लिया वो कहते 399 मैंबर असीं रखने हैं, जिहड़े की होणगे आ ब्रिटिश प्रांतां दे होणगे। फिर उस तो बाद कहते आजादी तो बाद इहदा पुनर ते जिहड़े बच जांदे उन्हां दे विचों 229 ब्रिटिश प्रांतां दे कर दिंदे आ ते बाकी 70 किहदे कर दिंदे आ जी? देसी रियासतां दे कर दिंदे आ। हो गया क्लीयर? हाँ जी क्लीयर है जी, आ पॉइंट क्लीयर है सारिਆਂ ਨੂੰ। इस तो बाद असी जिहड़ा पढ़िया सीगा भी अपनी खरड़ा कमेटी बनती है, कदों बनी सी? 29 अगस्त। उस तो बाद उन्होंने काम करना शुरू करता सीगा। तुहानूं ये पता भी 31 अक्तूबर तो बाद जाके संविधान बनूगा ना, जिहड़ा उस तो बाद संविधान बनूगा वो तुहानूं पता भी 2 साल 11 महीने ते 18 दिनों का बनता। इनू कर दईए रेज, ठीक है। संविधान दे लई 22 राष्ट्रीय अपनाया, क्योंकि संविधान बनना शुरू हो गया तो फिर झंडा भी तो होना चाहिए उस देश का, ठीक है। उन्होंने कदों अपनाया गया जी? 22 जुलाई 1947 को। उस तो बाद 24 जनवरी 1950 ਨੂੰ राष्ट्रीय गान ते 24 जनवरी 1950 ਨੂੰ राष्ट्रीय गीत है जी ते मन। 24 जनवरी 1950 ਨੂੰ आखिरी बैठक होंदी है जी संविधान सभा की। किहड़ी बैठक होंदी है जी? आखिरी बैठक, आखिरी बैठक कह सकते हो। ते इसे 24 जनवरी 1950 ਨੂੰ ही डॉक्टर
पहली संविधान 26 नवंबर 1949 पूरा है ना, तो वो जी 26 नवंबर 1949 की डेट है वो ही आनी है। तो ये 26 ओके, ते इनू 26 जनवरी 1950 नू की कर दिता जाता जी, लागू कर दिता जाता है। बंदोबस्त दिन 114 दिन की बहस होंगी है जी, ये जिमें मीटिंग होंगे ना, पूछ लिया जाता भी संविधान के नाल संबंधित किन्ने दिनों की बहस हुई थी, तो 100 हुई सी। एक क्वेश्चन होर भी सीगा, दिवस किहदे द्वारा, पंडित जवाहर लाल मनाया गया सीगा। इसे करके ਇਹਦੇ ਪਿੱਛੇ ਜਿਹੜੀ ਹਿਸਟਰੀ ਉਹ ਕਲੀਅਰ ਹੈ ਨਾ ਸਾਰਿਆਂ ਨੂੰ ਕਿ ਦੱਸਾਂ? मतलब भी 26 जनवरी 1930 ਨੂੰ ਪਹਿਲਾ स्वतंत्रता दिवस मनाया गया ਸੀ। ਇਸੇ ਕਰਕੇ ਹੀ 26 जनवरी ਨੂੰ ਅਸੀਂ ਕੀ ਕਰਦੇ ਆ, ਗਣਤੰਤਰ ਦਿਵਸ ਮਨਾਉਣੇ ਆ ਜੀ ਸੰਵਿਧਾਨ ਦੇ ਸੰਬੰਧ ਦੇ ਵਿੱਚ। सारा डाटा दोबारा रिवाइज कर लियो चंगी तरह, यानी जी डेट्स तुहानूं दस्से आ, जिहड़ा हिस्टोरिकल बैकग्राउंड बारे असीं गल कीती आ, संविधान कित्थों शुरू होया सी, किहड़ियां मीटिंगां हुंदियां, किहड़ियां बैठकां हुंदियां, पहली किहड़ी बैठक आ, आखिरी किहड़ी बैठक होऊगी, उहदे च किहनूं प्रधान चुनदे आ, ठीक है। वो सारियां चीज़ां इहदे विच असीं डिस्कस कर चुके। एक बारी असीं इहनूं रिपीटिशन दे विच रखदे आ, ठीक है। रिपीट करदे आ आपां सारिआं नूं, ध्यान नाल सुणिओ।